ਹਾਂਜੀ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਲਰਨ ਵਿਦ ਦੀਪ ਚੈਨਲ ਵਿੱਚ। ਅਸੀਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਕਲਾਸ 6 ਦਾ 9th ਚੈਪਟਰ ਲਿਵਿੰਗ ਆਰਗੈਨਿਜ਼ਮਸ ਐਂਡ देयर ਫੂਡ ਸਟਾਰਟ ਕੀਤਾ ਹੋਇਆ ਸੀਗਾ, ਜਿਹਦੇ ਵਿੱਚ ਅਸੀਂ ਜਿਹੜੀ ਲਿਵਿੰਗ ਆਰਗੈਨਿਜ਼ਮਸ ਹੁੰਦੇ ਨੇਗੇ ਉਹਨਾਂ 'ਚ ਕਿਹੜੇ ਕਰੈਕਟਰਸ ਹੁੰਦੇ ਨੇਗੇ ਵੀ, ਜਾਂ ਜਿਹੜੇ ਆਪਾਂ ਵੱਖ-ਵੱਖ ਜਿਹੜੇ ਕਿਹੜੇ ਉਹਨਾਂ ਵਿੱਚ ਕਿਵੇਂ ਅਡੈਪਟ ਕਰਦੇ ਨੇ ਆਪਣੇ ਆਪ ਨੂੰ ਕਿਸੇ ਪਲੇਸ 'ਤੇ, ਡਿਫਰੈਂਟ ਪਲੇਸਿਸ 'ਤੇ ਕਿਵੇਂ ਰਹਿੰਦੇ ਨੇਗੇ, ਉਹਦੇ ਬਾਰੇ ਪੜ੍ਹਿਆ ਸੀਗਾ। ਅੱਜ ਅਸੀਂ ਪੜ੍ਹਨਾ ਵੀ ਜਿਹੜੇ ਲਿਵਿੰਗ ਆਰਗੈਨਿਜ਼ਮਸ ਹੁੰਦੇ ਨੇ ਉਹਨਾਂ 'ਚ ਕਿਹੜੇ ਕਰੈਕਟਰ ਹੁੰਦੇ ਨੇ ਜਿਨ੍ਹਾਂ ਕਰਕੇ ਉਹ ਨੋਨ ਲਿਵਿੰਗਸ ਤੋਂ ਅਲੱਗ ਹੁੰਦੇ ਨੇ। ਸਾਨੂੰ ਕਿਵੇਂ ਪਤਾ ਲੱਗਦਾ ਵੀ ਕਿਹੜੀ ਥਿੰਗ ਆ ਜਿਹੜੀ ਉਹ ਲਿਵਿੰਗ ਆ ਅਤੇ ਕਿਹੜੀ ਜਿਹੜੀ ਹੈਗੀ ਉਹ ਨੋਨ ਲਿਵਿੰਗ ਆ। ਅਤੇ ਚਲੋ ਇਹ ਸਟਾਰਟ ਕਰ ਦੇਂਗੇ। ਸਭ ਤੋਂ ਪਹਿਲਾਂ ਜਿਹੜੇ ਸਟੂਡੈਂਟ ਫਸਟ ਟਾਈਮ ਚੈਨਲ 'ਤੇ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਰਿਕੁਐਸਟ ਆ, ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ। ਸਭ ਤੋਂ ਫਸਟ ਕਰੈਕਟਰ ਹੈਗੀ, ਡੂ ਆਲ ਲਿਵਿੰਗ ਥਿੰਗਸ ਨੀਡ ਫੂਡ। ਕਹਿੰਦੇ ਜਿੰਨੀ ਵੀ ਲਿਵਿੰਗ ਥਿੰਗਸ ਹੁੰਦੀਆਂ ਨੇ, ਜਿੰਨੀਆਂ ਚੀਜ਼ਾਂ ਸੰਜੀਵ ਹੁੰਦੀਆਂ ਨੇ, ਕਹਿੰਦੇ ਕਿ ਉਹਨਾਂ ਨੂੰ ਸਾਰਿਆਂ ਨੂੰ ਫੂਡ ਦੀ ਜ਼ਰੂਰਤ ਹੁੰਦੀ ਹੈਗੀ। ਇਨ ਚੈਪਟਰ 1 and 2 we learned that all living things need food and how essential it is to animals and to us। ਕਹਿੰਦੇ ਅਸੀਂ ਫਸਟ ਅਤੇ ਸੈਕਿੰਡ ਚੈਪਟਰ 'ਚ ਕੀ ਪੜ੍ਹਿਆ ਵੀ ਜਿੰਨੇ ਵੀ ਲਿਵਿੰਗ ਥਿੰਗਸ ਹੁੰਦੀਆਂ ਨੇ, ਲਿਵਿੰਗ ਔਰਗੈਨਿਜ਼ਮਸ ਹੁੰਦੇ ਨੇਗੇ, ਚਾਹੇ ਉਹ ਐਨੀਮਲ ਆ ਚਾਹੇ ਕੋਈ ਪਲਾਂਟ ਹੈਗਾ, ਸਾਰਿਆਂ ਨੂੰ ਕੀ ਹੁੰਦੀ ਹੈਗੀ ਫੂਡ ਦੀ ਜ਼ਰੂਰਤ ਹੁੰਦੀ ਆ। We have also learnt that plants make their own food through the process of photosynthesis। ਅਸੀਂ ਇਹ ਵੀ ਪੜ੍ਹਿਆ ਹੈਗਾ ਵੀ ਜਿਹੜੇ ਪਲਾਂਟਸ ਹੁੰਦੇ ਨੇਗੇ ਉਹ ਆਪਣਾ ਫੂਡ ਜਿਹੜਾ ਆਪ ਤਿਆਰ ਕਰਦੇ ਨੇਗੇ ਫੋਟੋਸਿੰਥਸਿਸ ਪ੍ਰੋਸੈਸ ਦੇ ਰਾਹੀਂ। ਐਨੀਮਲਸ ਡਿਪੈਂਡ ਔਨ ਪਲਾਂਟਸ ਐਂਡ ਅਦਰ ਐਨੀਮਲਸ ਫਾਰ ਦੇਅਰ ਫੂਡ। ਜਿਹੜੇ ਐਨੀਮਲਸ ਹੁੰਦੇ ਨੇਗੇ ਉਹ ਆਪਣੀ ਫੂਡ ਦੇ ਲਈ ਜਾਂ ਤਾਂ ਪਲਾਂਟਸ 'ਤੇ ਡਿਪੈਂਡ ਕਰਦੇ ਨੇਗੇ ਜਾਂ ਹੋਰ ਐਨੀਮਲਸ 'ਤੇ ਡਿਪੈਂਡ ਕਰਦੇ ਹੈਗੇ। ਫੂਡ ਗਿਵਸ ਔਰਗੈਨਿਜ਼ਮਸ ਦਾ ਐਨਰਜੀ ਨੀਡਡ ਫਾਰ ਦੈਮ ਟੂ ਗਰੋ। ਔਰ ਜਿਹੜੇ ਫੂਡ ਹੁੰਦਾ ਗਾ ਕਹਿੰਦੇ ਉਹ ਐਨਰਜੀ ਦਿੰਦਾ ਗਾ, ਊਰਜਾ ਦਿੰਦਾ ਗਾ ਔਰਗੈਨਿਜ਼ਮਸ ਨੂੰ, ਜਿਹੜੀ ਕਿ ਉਹਨਾਂ ਦੇ ਵਾਧੇ ਵਿੱਚ ਹੈਲਪ ਕਰਦੀ ਹੈਗੀ। ਔਰਗੈਨਿਜ਼ਮਸ ਆਲਸੋ ਨੀਡ ਦਿਸ ਐਨਰਜੀ ਫਾਰ ਅਦਰ ਲਾਈਫ ਪ੍ਰੋਸੈਸਿਸ ਦੈਟ ਗੋ ਔਨ ਇਨਸਾਈਡ ਦੈਮ। ਔਰਗੈਨਿਜ਼ਮਸ ਨੂੰ ਇਹ ਐਨਰਜੀ ਕਿਉਂ ਚਾਹੀਦੀ ਹੁੰਦੀ? ਕਿਉਂਕਿ ਸਾਡੀ ਬੋਡੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਸੈਸਿਸ ਹੋ ਰਹੀਆਂ ਹੁੰਦੀਆਂ, ਜਿਵੇਂ ਅਸੀਂ ਸਾਹ ਲੈ ਰਹੇ ਹੈਗੇ, ਸਾਡਾ ਦਿਮਾਗ ਕੰਮ ਕਰ ਰਿਹਾ ਹੈਗਾ, ਜਾਂ ਸਾਡਾ ਜਿਹੜਾ ਹਾਰਟ ਆ ਉਹ ਕੰਮ ਕਰ ਰਿਹਾ ਹੈਗਾ। ਇਹਨਾਂ ਸਾਰੀਆਂ ਪ੍ਰੋਸੈਸਿਸ ਨੂੰ ਕਰਨ ਦੇ ਲਈ ਸਾਨੂੰ ਜਿਹੜੀ ਬੋਡੀ ਹੁੰਦੀ ਹੈਗੀ ਉਹਨੂੰ ਐਨਰਜੀ ਦੀ ਜ਼ਰੂਰਤ ਹੁੰਦੀ ਹੈਗੀ, ਅਤੇ ਇਹ ਐਨਰਜੀ ਫੂਡ ਤੋਂ ਮਿਲਦੀ ਹੈਗੀ। ਇਹਦਾ ਮਤਲਬ ਜਿਹੜੇ ਫਸਟ ਕਰੈਕਟਰ ਕੀ ਹੈਗਾ ਵੀ ਸਾਰੇ ਜਿੰਨੇ ਵੀ ਲਿਵਿੰਗ ਔਰਗੈਨਿਜ਼ਮਸ ਹੁੰਦੇ ਨੇਗੇ ਉਹਨਾਂ ਨੂੰ ਫੂਡ ਦੀ ਜ਼ਰੂਰਤ ਹੁੰਦੀ ਆ। ਦੂਸਰਾ ਕਰੈਕਟਰ, ਡੂ ਆਲ ਲਿਵਿੰਗ ਥਿੰਗਸ ਸ਼ੋ ਗਰੋਥ। ਕਹਿੰਦੇ ਜਿੰਨੀਆਂ ਵੀ ਲਿਵਿੰਗ ਥਿੰਗਸ ਹੁੰਦੀਆਂ ਨੇ ਕਿ ਉਹ ਸਾਰੀਆਂ ਗਰੋਥ ਸ਼ੋ ਕਰਦੀਆਂ ਨੇਗੀਆਂ, ਸਾਰੀਆਂ ਵੱਧਦੀਆਂ ਨੇਗੀਆਂ। ਡਜ਼ ਦਾ ਕੁੜਤਾ ਯੂ ਹੈਡ 4 years ਬੈਕ ਸਟਿਲ ਫਿਟ ਯੂ। ਕਹਿੰਦੇ ਜਿਹੜਾ 4 ਸਾਲ ਪਹਿਲਾਂ ਤੁਹਾਡੇ ਕੁੜਤਾ ਆਉਂਦਾ ਸੀਗਾ ਕਿ ਤੁਹਾਡੇ ਹੁਣ ਵੀ ਉਹ ਆਊਗਾ। ਯੂ ਕੈਨ ਨਾਟ ਵੀਅਰ ਇਟ ਐਨੀ ਮੋਰ ਇਜ਼ਨ ਇਟ। ਕਹਿੰਦੇ ਵੀ ਤੁਸੀਂ ਕੀ ਇਹਨੂੰ ਅੱਗੇ ਹੋਰ ਨਹੀਂ ਪਹਿਨ ਸਕਦੇ ਉਸ ਕੁੜਤੇ ਨੂੰ। ਯੂ ਮਸਟ ਹੈਵ ਗਰੋਨ ਟਾਲਰ ਡਿਊਰਿੰਗ ਦੀਜ਼ ਈਅਰਸ। ਕਹਿੰਦੇ ਤੁਸੀਂ ਇਹਨਾਂ ਸਾਲ ਵਿੱਚ ਕੀ ਹੋਗੇ ਜ਼ਿਆਦਾ ਲੰਬੇ ਹੋ ਗਏ। ਯੂ ਮੇ ਨਾਟ ਰਿਅਲਾਈਜ਼ ਇਟ ਬਟ ਯੂ ਆਰ ਗਰੋਇੰਗ ਆਲ ਦ ਟਾਈਮ ਐਂਡ ਇਨ ਫਿਊ ਮੋਰ ਈਅਰਸ ਯੂ ਵਿਲ ਬੀਕਮ ਐਨ ਅਡਲਟ। ਕਹਿੰਦੇ ਸਾਨੂੰ ਇਹ ਚੀਜ਼ ਪਤਾ ਨਹੀਂ ਲੱਗਦੀ ਅਸੀਂ ਕਿਵੇਂ ਗਰੋ ਹੋ ਰਹੇ ਹਾਂਗੇ, ਵੀ ਅਸੀਂ ਵੱਧਦੇ ਜਾਂਦੇ ਹੈਗੇ। ਅਤੇ ਕਈ ਕਹਿੰਦੇ ਇਸ ਤਰ੍ਹਾਂ ਅਸੀਂ ਕਾਫੀ ਜਿਹੜੇ ਸਾਲਾਂ ਵਿੱਚ ਕੀ ਹੋ ਜਾਵਾਂਗੇ, ਅਡਲਟ ਹੋ ਜਾਵਾਂਗੇ, ਪੂਰੇ ਜਵਾਨ ਹੋ ਜਾਵਾਂਗੇ, ਵਿੱਚ ਸਾਡੀ ਜਿਹੜੀ ਗਰੋਥ ਆ ਉਹ ਅੱਗੇ ਅਸੀਂ ਟੌਲ ਨਹੀਂ ਹੋਣੀ। ਯੰਗ ਵਨਸ ਆਫ ਐਨੀਮਲਸ ਆਲਸੋ ਗਰੋ ਇਨ ਟੂ ਅਡਲਟਸ। ਕਹਿੰਦੇ ਜਿੰਨੇ ਵੀ ਛੋਟੇ ਹੁੰਦੇ ਨੇ ਸਾਰੇ ਅਡਲਟ ਜਿਹੜੇ ਨੌਜਵਾਨ ਹੁੰਦੇ ਨੇ ਸਾਰਿਆਂ ਵਿੱਚ ਕੀ ਹੁੰਦੇ ਨੇ ਅਡਲਟ ਤੱਕ ਗਰੋ ਹੁੰਦੇ ਰਹਿੰਦੇ ਨੇ ਜਦੋਂ ਤੱਕ ਉਹ ਅਡਲਟ ਨਹੀਂ ਹੁੰਦੇ ਗੇ। ਪਹਿਲਾਂ ਬੱਚੇ ਤੋਂ ਕੀ ਬਣਦੇ ਨੇ ਉਹ ਨੌਜਵਾਨ ਬਣਦੇ ਨੇ। ਯੂ ਵੁੱਡ ਸ਼ੋਰਲੀ ਹੈਵ ਨੋਟਿਸਡ ਪਪਸ ਆਫ ਡੋਗ ਗਰੋ ਇਨਟੂ ਅਡਲਟਸ। ਇਹ ਤੁਸੀਂ ਦੇਖਣ ਜਿਹੜੇ ਕਤੂਰੇ ਹੁੰਦੇ ਹੈਗੇ ਉਹ ਕੀ ਬਣਦੇ ਨੇਗੇ, ਤੁਸੀਂ ਕਹਿੰਦੇ ਕਤੂਰਿਆਂ ਨੂੰ ਦੇਖਣਾ ਕਿਵੇਂ, ਉਹ ਕਤੂਰੇ ਤੋਂ ਕਿਵੇਂ ਹੌਲੀ ਹੌਲੀ ਕੁੱਤਾ ਬਣ ਜਾਂਦਾ, ਵੱਡਾ ਅਡਲਟ ਬਣ ਜਾਂਦਾ ਗਾ। ਅ ਚਿਕਨ ਹੈਚਡ ਫਰੋਮ ਐਨ ਐਗ ਗਰੋਸ ਇਨਟੂ ਅ ਹੈਨ ਔਰ ਅ ਕੌਕ। ਕਹਿੰਦੇ ਜਿਹੜਾ ਹੁਣ ਹੈਨ ਦੇ ਵਿੱਚੋਂ ਐਗ ਦੇ ਵਿੱਚੋਂ ਜਿਹੜਾ ਚਿਕਨ ਬਾਹਰ ਨਿਕਲੇਗਾ ਚੂਚਾ, ਉਹ ਹੌਲੀ ਹੌਲੀ ਵੱਡਾ ਹੁੰਦਾ ਜਾਂਦਾ ਕੀ ਬਣ ਜਾਂਦਾ, ਹੈਨ ਬਣਦਾ ਗਾ ਜਾਂ ਕੁੱਕ ਬਣਦਾ ਗਾ। ਪਲਾਂਟਸ ਆਲਸੋ ਗਰੋ, ਪਲਾਂਟਸ ਵੀ ਵੱਧਦੇ ਨੇਗੇ। ਲੁੱਕ ਅਰਾਊਂਡ ਯੂ ਐਂਡ ਸੀ ਅ ਫਿਊ ਪਲਾਂਟਸ ਆਫ ਅ ਪਾਰਟੀਕੂਲਰ ਟਾਈਪ। ਕਹਿੰਦੇ ਤੁਸੀਂ ਆਪਣੇ ਆਲੇ ਦੁਆਲੇ ਪਲਾਂਟਸ ਦੇਖੋ ਕਈ ਤਰ੍ਹਾਂ ਦੇ। ਸਮ ਆਰ ਵੈਰੀ ਸਮੋਲ ਐਂਡ ਯੰਗ, ਸਮ ਆਰ ਗਰੋਨ। ਕਹਿੰਦੇ ਕਈ ਹਜੇ ਉੱਗ ਰਹੇ ਹੁੰਦੇ ਨੇ, ਕਾਫੀ ਜਿਹੜੇ ਕਈ ਬਹੁਤ ਛੋਟੇ ਹੁੰਦੇ ਨੇ, ਕਾਫੀ ਲੰਬੇ ਹੁੰਦੇ ਨੇ, ਕਈ ਕੀ ਹੁੰਦੇ ਨੇ ਕਾਫੀ ਵੱਡੇ ਹੁੰਦੇ ਨੇ। ਦੇ ਮੇ ਆਲ ਬੀ ਇਨ ਡਿਫਰੈਂਟ ਸਟੇਜਸ ਆਫ ਗਰੋਥ। ਕਹਿੰਦੇ ਗਰੋਥ ਦੇ ਕਾਫੀ ਸਟੇਜਸ ਨੇ, ਕਈ ਕੀ ਹੁੰਦੇ ਨੇ ਕਾਫੀ ਵੱਡੇ ਪਲਾਂਟਸ ਹੁੰਦੇ ਨੇ, ਕਈ ਹਜੇ ਛੋਟੇ ਉੱਗੇ ਹੁੰਦੇ ਨੇ, ਕਈ ਹਜੇ ਵਧੇ ਨਹੀਂ ਹੁੰਦੇ ਗੀ। ਲੁੱਕ ਐਟ ਦ ਪਲਾਂਟਸ ਆਫਟਰ ਅ ਫਿਊ ਡੇਜ਼ ਐਂਡ ਵੀਕਸ। ਕਹਿੰਦੇ ਕਈ ਹਫ਼ਤਿਆਂ ਬਾਅਦ ਪਲਾਂਟਸ ਨੂੰ ਦੇਖੋ ਉਹ ਕਿੰਨਾ ਕੁ ਗਰੋ ਕੀਤਾ। ਯੂ ਮੇ ਫਾਈਂਡ ਦੈਟ ਸਮ ਆਫ ਦੈਮ ਹੈਵ ਗਰੋਨ ਇਨ ਸਾਈਜ਼। ਕਈ ਕਹਿੰਦੇ ਸਾਈਜ਼ ਦੇ ਵਿੱਚ ਕੀ ਕਰ ਗਏ ਹੋਣਗੇ, ਗਰੋ ਹੋ ਗਏ ਹੋਣੀ। ਗਰੋਥ ਸੀਮਸ ਟੂ ਬੀ ਕਾਮਨ ਟੂ ਆਲ ਲਿਵਿੰਗ ਥਿੰਗਸ। ਕਹਿੰਦੇ ਜਿੰਨੀਆਂ ਵੀ ਲਿਵਿੰਗ ਥਿੰਗਸ ਹੁੰਦੀਆਂ ਨੇ ਸਾਰੀਆਂ ਕੀ ਕਰਦੀਆਂ ਨੇਗੀਆਂ, ਗਰੋ ਕਰਦੀਆਂ ਨੇਗੀਆਂ।
ਡੂਜ਼ ਯੂ ਥਿੰਕ ਨॉन ਲਿਵਿੰਗ ਥਿੰਗਸ ਕੈਨਟ ਸ਼ੋ ਗਰੋਥ, ਕਹਿੰਦੇ ਕੀ ਤੁਸੀਂ ਸੋਚਦੇ ਹੋ ਜਿਹੜੇ ਨॉन ਲਿਵਿੰਗ ਥਿੰਗਸ ਨੇ ਉਹ ਗਰੋ ਨਹੀਂ ਕਰਦੀਆਂ ਗੀਆਂ। ਅਸੀਂ ਪੜ੍ਹਿਆ ਵੀ ਇੱਕ ਤਾਂ ਜਿਹੜੀ ਲਿਵਿੰਗ ਥਿੰਗਸ ਹੁੰਦੀਆਂ ਉਹਨਾਂ ਨੂੰ ਫੂਡ ਦੀ ਜ਼ਰੂਰਤ ਹੁੰਦੀ ਆ, ਦੂਸਰਾ ਉਹ ਗਰੋ ਕਰਦੀਆਂ ਨੇਗੀਆਂ। ਉਹਨਾਂ ਨੇ ਪੁੱਛਿਆ ਕਿ ਨॉन ਲਿਵਿੰਗ ਥਿੰਗਸ ਗਰੋ ਨਹੀਂ ਕਰਦੀਆਂ ਗੀਆਂ। ਓਬਵੀਅਸਲੀ ਕੋਈ ਜਿਹੜੀ ਨॉन ਲਿਵਿੰਗ ਥਿੰਗ ਹੈਗੀ ਜਿਹੜੀ ਸੰਜੀਵ ਨਹੀਂ ਹੈਗੀ ਉਹ ਕਿਵੇਂ, ਹੁਣ ਕੋਈ ਵੀ ਚੀਜ਼ ਆਪਣੇ ਕੋਲ ਕੋਈ ਬੁੱਕ ਆ ਗਈ ਉਹ ਕੀ ਗਰੋ ਕਰਕੇ ਵੱਡੀ ਨਹੀਂ ਹੋਊਗੀ, ਜਿੱਡੀ ਹੈਗੀ ਉਹ ਓਡੀ ਰਹੂਗੀ। ਉਸ ਤਰ੍ਹਾਂ ਜਿੰਨੀਆਂ ਵੀ ਨॉन ਲਿਵਿੰਗ ਥਿੰਗਸ ਹੁੰਦੀਆਂ ਨੇ ਗਰੋ ਨਹੀਂ ਕਰਦੀਆਂ। ਡੂ ਆਲ ਲਿਵਿੰਗ ਥਿੰਗਸ ਰਿਸਪਾਇਰ ਹੁੰਦਾ ਵੀ ਸਾਹ ਲੈਂਦੇ, ਜਿਵੇਂ ਤੁਸੀਂ ਕੀ ਸੋਚਦੇ ਹੋ ਵੀ ਸਾਰੀਆਂ ਜਿੰਨੀਆਂ ਵੀ ਲਿਵਿੰਗ ਥਿੰਗਸ ਹੁੰਦੀਆਂ ਨੇ ਸਾਰੀਆਂ ਰਿਸਪਾਇਰ ਮਤਲਬ ਸਾਹ ਲੈਂਦੀਆਂ ਨੇਗੀਆਂ। ਕੈਨ ਵੀ ਲਿਵ ਵਿਦਾਊਟ ਬਰੀਥਿੰਗ, ਕਹਿੰਦੇ ਕੀ ਅਸੀਂ ਸਾਹ ਲਏ ਬਿਨਾਂ ਜਿਉਂਦੇ ਰਹਿ ਸਕਦੇ ਹਾਂਗੇ। ਵੈਨ ਵੀ ਇਨਹੇਲ ਦ ਏਅਰ ਮੂਵਸ ਫਰੋਮ ਆਊਟਸਾਈਡ ਟੂ ਇਨਸਾਈਡ ਆਫ ਦ ਬੋਡੀ, ਕਿ ਜੋ ਅਸੀਂ ਸਾਹ ਨੂੰ ਅੰਦਰ ਲੈ ਕੇ ਜਾਂਦੇ ਹਾਂ ਤਾਂ ਜਿਹੜੀ ਸਾਡੇ ਆਲੇ ਦੁਆਲੇ ਏਅਰ ਹੁੰਦੀ ਉਹ ਸਾਡੇ ਅੰਦਰ ਜਾਂਦੀ ਹੈਗੀ। ਵੈਨ ਵੀ ਬਰੀਥ ਆਊਟ, ਜਦੋਂ ਅਸੀਂ ਬਾਹਰ ਸਾਹ ਲੈਂਦੇ ਹੈਗੇ ਦ ਏਅਰ ਮੂਵਸ ਫਰੋਮ ਇਨਸਾਈਡ ਆਵਰ ਬੋਡੀ ਟੂ ਆਊਟਸਾਈਡ, ਫਿਰ ਜਦੋਂ ਅਸੀਂ ਬਾਹਰ ਸਾਹ ਛੱਡ ਦਿਆਂਗੇ ਤਾਂ ਸਾਡੀ ਜਿਹੜੀ ਏਅਰ ਹੈਗੀ ਹਵਾ ਹੈਗੀ ਉਹ ਅੰਦਰੋਂ ਬਾਹਰ ਆਉਂਦੀ ਹੈਗੀ। ਬਰੀਥਿੰਗ ਇਜ਼ ਪਾਰਟ ਆਫ ਪ੍ਰੋਸੈਸ ਕਾਲਡ ਰੈਸਪੀਰੇਸ਼ਨ, ਜਿਹੜੀ ਸਾਹ ਲੈਣ ਦੀ ਕਿਰਿਆ ਹੈਗੀ ਅਸੀਂ ਸਾਹ ਨੂੰ ਹਵਾ ਨੂੰ ਅੰਦਰ ਲੈ ਕੇ ਗਏ ਬਾਹਰ ਕੱਢਿਆ, ਇਸ ਕਿਰਿਆ ਨੂੰ ਕੀ ਕਹਿੰਦੇ ਨੇ ਕਿ ਰੈਸਪੀਰੇਸ਼ਨ। ਰੈਸਪੀਰੇਸ਼ਨ ਕੀ ਹੁੰਦੀ ਹੈ ਕਿ ਸਾਹ ਲੈਣ ਦੀ ਕਿਰਿਆ। ਇਨ ਰੈਸਪੀਰੇਸ਼ਨ ਸਮ ਆਫ ਦ ਆਕਸੀਜਨ ਆਫ ਦ ਏਅਰ ਵੀ ਬਰੀਥ ਇਨ ਐਂਡ ਇਜ਼ ਯੂਜ਼ਡ ਬਾਈ ਲਿਵਿੰਗ ਬੋਡੀ, ਕਹਿੰਦੇ ਜਦੋਂ ਅਸੀਂ ਰੈਸਪੀਰੇਸ਼ਨ ਕਰ ਦਾਂਗੇ ਇਹਦੀ ਜਿਹੜੀ ਥੋੜ੍ਹੀ ਜਿਹੀ ਆਕਸੀਜਨ ਹੁੰਦੀ ਸੀ ਏਅਰ 'ਚੋਂ ਆਕਸੀਜਨ ਲਈ ਉਦੋਂ ਅਸੀਂ ਸਾਹ ਦੇ ਨਾਲ ਅੰਦਰ ਲੈ ਕੇ ਗਏ ਅਤੇ ਉਹ ਕੀ ਹੁੰਦੀ ਹੈਗੀ ਉਹਦੇ 'ਚ ਥੋੜ੍ਹੀ ਜਿਹੀ ਅਮਾਊਂਟ ਜਿਹੜੀ ਬੋਡੀ ਯੂਜ਼ ਕਰਦੀ ਹੈਗੀ ਆਪਣੇ ਕੰਮ ਦੇ ਲਈ। ਵੀ ਬਰੀਥ ਆਊਟ ਦਾ ਕਾਰਬਨ ਡਾਈਆਕਸਾਈਡ ਪ੍ਰੋਡਿਊਸ ਇਨ ਦਿਸ ਪ੍ਰੋਸੈਸ, ਜਦੋਂ ਆਪਣੀ ਬੋਡੀ ਉਸ ਆਕਸੀਜਨ ਨੂੰ ਯੂਜ਼ ਕਰਦੀ ਹੈਗੀ ਤਾਂ ਕਾਰਬਨ ਡਾਈਆਕਸਾਈਡ ਸਾਡੀ ਬੋਡੀ ਦੇ ਅੰਦਰ ਪ੍ਰੋਡਿਊਸ ਕਰਦੀ ਹੈਗੀ ਤਾਂ ਅਸੀਂ ਉਹ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢ ਦਿੰਦੇ ਹਾਂ ਜਦੋਂ ਅਸੀਂ ਦੂਸਰਾ ਸਾਹ ਬਾਹਰ ਲੈਂਦੇ ਹੈਗੇ। The process of breathing in animals like cows, buffaloes, dogs or cats is similar to humans, ਕਹਿੰਦੇ ਸਾਰੇ ਚਾਹੇ ਡੌਗ ਆ ਚਾਹੇ ਕੈਟ ਆ ਚਾਹੇ ਕਾਊ ਸਾਰੇ ਪ੍ਰੋਸੈਸ ਜਿਹੜੀ ਰੈਸਪੀਰੇਸ਼ਨ ਸਾਰੀ ਇੱਦਾਂ ਲੈਂਦੇ ਨੇਗੇ ਵੀ ਆਕਸੀਜਨ ਲੈਂਦੇ ਨੇਗੇ ਅਤੇ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਦੇ ਨੇਗੇ। Observe any one of these animals while they are taking rest and notice the movement of their abdomen। ਐਬਡੋਮਨ ਕੀ ਹੁੰਦਾ ਜਿਹੜਾ ਸਾਡੇ ਪੇਟ ਦੇ ਉੱਪਰਲਾ ਹਿੱਸਾ ਹੁੰਦਾ, ਕਹਿੰਦੇ ਜਦੋਂ ਤੁਸੀਂ ਕੋਈ ਵੀ ਐਨੀਮਲ ਉਹ ਰੈਸਟ 'ਤੇ ਪਿਆ ਗਾ ਤਾਂ ਤੁਸੀਂ ਦੇਖੋ ਉਹਦਾ ਜਿਹੜਾ ਉੱਪਰਲਾ ਹਿੱਸਾ ਹੁੰਦਾ ਕਿ ਉਹ ਮੂਵਮੈਂਟ ਕਰ ਰਿਹਾ ਹੁੰਦਾ, ਇਹਦਾ ਮਤਲਬ ਕਿ ਉਹ ਰੈਸਪੀਰੇਸ਼ਨ ਕਰ ਰਿਹਾ, ਉਹਦੇ 'ਚ ਸਾਹ ਚੱਲ ਰਿਹਾ ਹੈਗੀ ਜਿਹੜਾ ਉਹ ਐਨੀਮਲ ਹੈਗਾ। ਦਿਸ ਸਲੋ ਮੂਵਮੈਂਟ ਇੰਡੀਕੇਟਸ ਦੈਟ ਦੇਅਰ ਬਰੀਥਿੰਗ, ਜਿਹੜੀ ਉਹ ਮੂਵਮੈਂਟ ਹੁੰਦੀ ਹੈ ਕਿਸੇ ਐਨੀਮਲ ਦੇ ਵਿੱਚ ਉਹ ਕੀ ਇੰਡੀਕੇਟ ਕਰਦੀ ਹੈਗੀ ਵੀ ਉਹ ਸਾਹ ਲੈ ਰਿਹਾ ਹੈਗਾ। ਰੈਸਪੀਰੇਸ਼ਨ ਇਜ਼ ਫਾਰ ਆਲ ਲਿਵਿੰਗ ਔਰਗੈਨਿਜ਼ਮਸ, ਰੈਸਪੀਰੇਸ਼ਨ ਕਹਿੰਦੇ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈਗੀ ਜਿਹੜੇ ਲਿਵਿੰਗ ਔਰਗੈਨਿਜ਼ਮਸ ਹੁੰਦੇ ਨੇਗੇ। ਇਟ ਇਜ਼ ਥਰੂ ਰੈਸਪੀਰੇਸ਼ਨ ਦੈਟ ਦ ਬੋਡੀ ਫਾਈਨਲੀ ਓਬਟੇਨਸ ਐਨਰਜੀ ਫਰੋਮ ਦ ਫੂਡ ਇਟ ਟੇਕਸ, ਕਹਿੰਦੇ ਰੈਸਪੀਰੇਸ਼ਨ ਦੇ ਨਾਲ ਜਿਹੜੀ ਰੈਸਪੀਰੇਸ਼ਨ ਕਿਵੇਂ ਹੁੰਦੀ ਹੈਗੀ ਜਿਹੜੀ ਐਨਰਜੀ ਜਿਹੜੀ ਮਤਲਬ ਫੂਡ ਅਸੀਂ ਖਾਧਾ ਉਹ ਸਾਨੂੰ ਐਨਰਜੀ ਮਿਲੀ, ਉਹ ਐਨਰਜੀ ਦੇ ਕਾਰਨ ਜਿਹੜੀ ਸਾਡੀ ਬੋਡੀ ਹੈਗੀ ਉਹ ਕੀ ਕਰਦੀ ਰੈਸਪੀਰੇਸ਼ਨ ਕਰ ਦੇਗੀ। Some animals may have different mechanism for the exchange of gases which is part of the respiration process। ਹੁਣ ਕਹਿੰਦੇ ਬਹੁਤ ਸਾਰੇ ਐਨੀਮਲਸ ਹੁੰਦੇ ਨੇ ਕਈਆਂ ਸਾਰਿਆਂ ਦੇ ਵਿੱਚ ਕੀ ਹੁੰਦਾ ਵੱਖ-ਵੱਖ ਤਰੀਕਾ ਹੁੰਦਾ ਗਾ ਜਿਹੜੀ ਗੈਸਿਸ ਐਕਸਚੇਂਜ ਕਰਨ ਦਾ, ਮਤਲਬ ਆਕਸੀਜਨ ਅੰਦਰ ਲੈ ਕੇ ਜਾਣੀ ਅਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਣੀ, ਇਹ ਕੀ ਹੋ ਗਿਆ ਰੈਸਪੀਰੇਸ਼ਨ ਕਰਨ ਦਾ ਕੀ ਹੁੰਦਾ ਜਿਹੜਾ ਤਰੀਕਾ ਹੁੰਦਾ ਉਹ ਡਿਫਰੈਂਟ ਹੁੰਦਾ ਗਾ। ਫੋਰ ਐਗਜ਼ਾਮਪਲ ਅਰਥਵਰਮਸ ਬਰੀਥ ਥਰੂ ਦੇਅਰ ਸਕਿਨ, ਫਿਸ਼ ਵੀ ਹੈਵ ਲਰਨਡ ਹੈਵ ਗਿਲਸ ਫॉर ਯੂਜ਼ਿੰਗ ਆਕਸੀਜਨ ਡਿਜ਼ੋਲਵ ਇਨ ਵਾਟਰ, ਕਹਿੰਦੇ ਜਿਵੇਂ ਅਸੀਂ ਦੇਖਿਆ ਜਿਹੜੇ ਅਰਥਵਰਮਸ ਨੇ ਜਿਵੇਂ ਆਪਾਂ ਨੋਜ਼ ਨਾਲ ਜਿਹੜੀ ਬਰੀਥ ਕਰ ਦਿਆਂਗੇ ਉਸ ਤਰ੍ਹਾਂ ਅਰਥਵਰਮਸ ਆਪਣੇ ਸਕਿਨ ਤੋਂ ਬਰੀਥ ਕਰਦੇ ਨੇਗੇ ਅਤੇ ਜਿਹੜੀਆਂ ਫਿਸ਼ਿਸ ਹੁੰਦੀਆਂ ਨੇਗੀਆਂ ਉਹ ਗਿਲਸ ਤੋਂ ਬਰੀਥ ਕਰਦੇ ਨੇਗੇ ਕਿਉਂਕਿ ਜਿਹੜੀਆਂ ਗਿਲਸ ਦੀ ਸਹਾਇਤਾ ਨਾਲ ਕੀ ਕਰਦੇ ਨੇਗੀਆਂ ਜਿਹੜੀ ਵਾਟਰ ਦੇ ਵਿੱਚ ਆਕਸੀਜਨ ਡਿਜ਼ੋਲਵ ਹੁੰਦੀ ਹੈਗੀ ਉਹਨੂੰ ਉਹ ਇਨਹੇਲ ਕਰਦੀਆਂ। ਦ ਗਿਲਸ ਓਬਜ਼ਰਵ ਆਕਸੀਜਨ ਫਰੋਮ ਦ ਏਅਰ ਡਿਜ਼ੋਲਵ ਇਨ ਵਾਟਰ, ਜਿਹੜੇ ਗਿਲਸ ਹੁੰਦੇ ਨੇਗੇ ਉਹ ਓਬਜ਼ਰਵ ਕਰ ਲੈਂਦੇ ਨੇਗੇ ਆਕਸੀਜਨ ਨੂੰ ਏਅਰ ਡਿਜ਼ੋਲਵਡ ਜਿਹੜੀ ਕਿ ਵਾਟਰ ਦੇ ਵਿੱਚ ਏਅਰ ਡਿਜ਼ੋਲਵ ਹੁੰਦੀ ਆ। ਡੂ ਪਲਾਂਟਸ ਆਲਸੋ ਰਿਸਪਾਇਰ, ਕਹਿੰਦੇ ਕਿ ਜਿਹੜੇ ਪਲਾਂਟਸ ਹੁੰਦੇ ਨੇਗੇ ਉਹ ਵੀ ਸਾਹ ਲੈਂਦੇ ਨੇਗੇ। ਐਕਸਚੇਂਜ ਆਫ ਗੈਸਿਸ ਇਨ ਪਲਾਂਟਸ ਮੇਨਲੀ ਟੇਕਸ ਪਲੇਸ ਥਰੂ ਦੇਅਰ ਲੀਵਸ, ਹੁਣ ਜਿਵੇਂ ਆਪਣੇ ਵਿੱਚ ਨੋਜ਼ ਆ ਉਸ ਤਰ੍ਹਾਂ ਜਿਹੜੇ ਪਲਾਂਟਸ ਹੁੰਦੇ ਨੇ ਉਹਨਾਂ 'ਚ ਲੀਵਸ ਹੁੰਦੇ ਨੇ ਜਿਹੜੇ ਗੈਸਿਸ ਦਾ ਐਕਸਚੇਂਜ ਕਰਦੇ ਨੇਗੇ। ਦ ਲੀਵਸ ਟੇਕ ਇਨ ਏਅਰ ਥਰੂ ਟਾਈਨੀ ਪੋਰਸ ਇਨ ਦੈਮ ਐਂਡ ਯੂਜ਼ ਦ ਆਕਸੀਜਨ, ਜਿਹੜੇ ਲੀਵਸ ਹੁੰਦੇ ਨੇ ਉਹਨਾਂ ਛੋਟੇ ਛੋਟੇ ਪੋਰਸ ਹੁੰਦੇ ਨੇ ਛੋਟੇ ਛੋਟੇ ਮੋਰੀਆਂ ਹੁੰਦੀਆਂ ਨੇ ਜਿਹਨੂੰ ਆਪਾਂ ਸਟੋਮੈਟਾ ਕਹਿੰਦੇ ਹੈਗੇ ਉਹਨਾਂ ਰਾਹੀਂ ਉਹ ਕੀ ਕਰਦੇ ਨੇਗੇ ਗੈਸਿਸ ਦਾ ਐਕਸਚੇਂਜ ਕਰਦੇ ਨੇਗੇ। ਦੇ ਗਿਵ ਆਊਟ ਕਾਰਬਨ ਡਾਈਆਕਸਾਈਡ ਟੂ ਦ ਏਅਰ, ਉਹ ਕੀ ਕਰਦੇ ਨੇਗੇ ਉਹ ਮਤਲਬ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਹੈਗੀ ਉਹਨੂੰ ਲੈਂਦੇ ਹੈਗੇ ਜਿਹੜੇ ਪਲਾਂਟਸ ਹੁੰਦੇ ਨੇਗੇ ਅਤੇ ਜਿਹੜੀ ਆਕਸੀਜਨ ਆ ਉਹ ਦਿੰਦੇ ਹੈਗੀ। We learned that in sunlight plants use carbon dioxide of air to produce their own food and give out oxygen।
ਹੁਣ ਜਿਵੇਂ ਆਪਣੀ ਬੋਡੀ ਵਿੱਚ ਕੀ ਹੁੰਦਾ, ਅਸੀਂ ਆਕਸੀਜਨ ਲੈਂਦੇ ਹਾਂ ਅਤੇ ਜਿਹੜੀ ਬੋਡੀ ਪ੍ਰੋਸੈਸ ਕਰਕੇ ਕਾਰਬਨ ਡਾਈਆਕਸਾਈਡ ਬਣਾਉਂਦੀ ਹੈ ਕਿਤੇ ਬਾਹਰ ਛੱਡਦੀ ਆ। ਉਸੇ ਤਰ੍ਹਾਂ ਜਿਹੜੇ ਪਲਾਂਟਸ ਹੁੰਦੇ ਨੇ ਉਹ ਕੀ ਕਰਦੇ, ਉਹਨਾਂ ਨੂੰ ਕਾਰਬਨ ਡਾਈਆਕਸਾਈਡ ਦੀ ਜ਼ਰੂਰਤ ਹੁੰਦੀ ਹੈ ਆਪਣਾ ਖਾਣਾ ਤਿਆਰ ਕਰਨ ਵਾਸਤੇ, ਅਤੇ ਉਹ ਕਾਰਬਨ ਡਾਈਆਕਸਾਈਡ ਲੈਂਦੇ ਹੈਗੇ। ਅਤੇ ਜਦੋਂ ਕਾਰਬਨ ਡਾਈਆਕਸਾਈਡ ਨਾਲ ਆਪਣਾ ਖਾਣਾ ਤਿਆਰ ਕਰਦੇ ਨੇਗੇ ਸਨਲਾਈਟ ਦੀ ਪ੍ਰੈਜੈਂਸ ਦੇ ਵਿੱਚ, ਜਿਹਨੂੰ ਆਪਾਂ ਫੋਟੋਸਿੰਥਸਿਸ ਕਹਿੰਦੇ ਹੈਗੇ, ਤਾਂ ਉਸ ਸਮੇਂ ਉਹ ਆਕਸੀਜਨ ਪ੍ਰੋਡਿਊਸ ਕਰਦੇ ਨੇਗੇ। ਜਿਹੜੀ ਉਹ ਆਕਸੀਜਨ ਹੁੰਦੀ ਹੈਗੀ ਉਹਨੂੰ ਉਹ ਬਾਹਰ ਛੱਡਦੇ ਨੇ, ਜਿਹੜੀ ਕਿ ਸਾਡੇ ਲਈ ਸਾਨੂੰ ਚਾਹੀਦੀ ਹੁੰਦੀ ਹੈਗੀ। Plants produce their food only during the daytime, whereas respiration in them take place day and night. ਹੁਣ ਕਹਿੰਦੇ ਜਿਹੜੇ ਪਲਾਂਟਸ ਹੁੰਦੇ ਨੇ ਉਹ ਤਾਂ ਸਿਰਫ ਦਿਨ ਦੇ ਟਾਈਮ ਹੀ ਆਪਣਾ ਖਾਣਾ ਬਣਾਉਂਦੇ ਨੇ, ਕਿਉਂਕਿ ਦਿਨ ਦੇ ਟਾਈਮ ਬਣਾ ਸਕਦੇ, ਕਿਉਂਕਿ ਉਸ ਟਾਈਮ 'ਤੇ ਸਨ ਜਿਹੜਾ ਹੁੰਦਾ ਗਾ, ਅਤੇ ਪਰ ਜਿਹੜੀ ਉਹਨਾਂ 'ਚ ਰੈਸਪੀਰੇਸ਼ਨ ਦੀ ਜਿਹੜੀ ਪ੍ਰੋਸੈਸ ਹੈਗੀ ਉਹ ਚੱਲਦੀ ਰਹਿੰਦੀ ਹੈ ਦਿਨ ਰਾਤ ਹੀ। The amount of oxygen released in the process of food preparation by plants is much more than the oxygen they use in respiration. ਕਹਿੰਦੇ ਜਿਹੜੀ ਉਹ ਆਕਸੀਜਨ ਰੈਸਪੀਰੇਸ਼ਨ ਦੇ ਲਈ ਯੂਜ਼ ਕਰਦੇ ਨੇਗੇ, ਉਹਦੇ ਮੁਕਾਬਲੇ ਜਿਹੜੀ ਉਹ ਮਤਲਬ ਪ੍ਰੋਡਿਊਸ ਕਰਦੇ ਨੇਗੇ ਆਕਸੀਜਨ, ਉਹ ਕੀ ਹੁੰਦੀ ਹੈ, ਬਹੁਤ ਜ਼ਿਆਦਾ ਹੁੰਦੀ ਹੈਗੀ ਅਮਾਊਂਟ ਦੇ ਵਿੱਚ। ਹੁਣ ਅਸੀਂ ਤੀਸਰਾ ਕਰੈਕਟਰ ਕੀ ਦੇਖਿਆ, ਵੀ ਜਿੰਨੇ ਵੀ ਲਿਵਿੰਗ ਔਰਗੈਨਿਜ਼ਮਸ ਉਹ ਕੀ ਕਰਦੇ ਨੇਗੇ, ਸਾਹ ਲੈਂਦੇ ਨੇ, ਰੈਸਪਾਇਰ ਕਰਦੇ ਨੇਗੇ, ਉਹਨਾਂ ਨੂੰ ਫੂਡ ਦੀ ਜ਼ਰੂਰਤ ਹੁੰਦੀ ਆ, ਉਹ ਗਰੋ ਕਰਦੇ ਨੇਗੇ, ਅਤੇ ਉਹਨਾਂ ਨੂੰ ਜਿਹੜੇ ਲਿਵਿੰਗ ਔਰਗੈਨਿਜ਼ਮ ਹੁੰਦੇ ਨੇ ਰੈਸਪਾਇਰ ਕਰਦੇ ਨੇਗੇ। ਅਗਲਾ ਪੁਆਇੰਟ ਹੈਗਾ, ਡੂ ਆਲ ਲਿਵਿੰਗ ਥਿੰਗਸ ਰਿਸਪੌਂਡ ਟੂ ਸਟੀਮੂਲਾਈ। ਸਟੀਮੂਲਾਈ ਕੀ ਹੁੰਦਾ ਗਾ, ਕੋਈ ਵੀ ਚੇਂਜ ਆਉਣਾ, ਵੀ ਅਸੀਂ ਜੇ ਕੋਈ ਆਪਣੇ 'ਚ ਬਦਲਾਵ ਆ ਗਿਆ ਆਪਣੇ ਆਲੇ ਦੁਆਲੇ, ਅਸੀਂ ਉਹਦੇ ਅਕੋਰਡਿੰਗ ਆਪਣੇ 'ਚ ਚੇਂਜ ਲੈ ਕੇ ਆਉਣੇ ਹੈਗੇ। ਸਟੀਮੂਲਾਈ ਕਹਿੰਦੇ ਆ ਚੇਂਜ ਦੇ ਜਿਹੜੇ ਬਦਲਾਵ ਦੇ ਅਕੋਰਡਿੰਗ ਆਪਣੇ ਆਪ ਨੂੰ ਚੇਂਜ ਕਰਨਾ, ਬਦਲਣਾ। ਕਹਿੰਦੇ ਕਿ ਜਿਹੜੇ ਲਿਵਿੰਗ ਔਰਗੈਨਿਜ਼ਮਸ ਹੁੰਦੇ ਨੇ ਉਹ ਸਟੀਮੂਲਾਈ ਵੀ ਕਰਦੇ ਨੇਗੇ, ਉਹਨੂੰ ਰਿਸਪੌਂਸ ਕਰਦੇ ਨੇ ਕਿਸੇ ਚੇਂਜ ਨੂੰ। ਜਿਵੇਂ ਹਾਊ ਡੂ ਯੂ ਰਿਸਪੌਂਡ, ਕਹਿੰਦੇ ਤੁਸੀਂ ਕਿਵੇਂ ਰਿਸਪੌਂਡ ਕਰਦੇ ਹੋ। ਇਫ ਯੂ ਸਡਨਲੀ ਸਟੈਪ on a sharp object like a thorn while walking barefoot, ਕਹਿੰਦੇ ਮੰਨ ਲਓ ਤੁਸੀਂ ਨੰਗੇ ਪੈਰ ਚੱਲ ਰਹੇ ਸੀਗੇ, ਅਤੇ ਨੰਗੇ ਪੈਰ ਤੁਸੀਂ ਇੱਕ ਤਿੱਖੀ ਕੋਈ ਚੀਜ਼ ਸੀਗੀ ਅਤੇ ਉਹਦੇ ਤੁਹਾਡਾ ਪੈਰ ਟਿਕ ਗਿਆ, ਤਿੱਖੀ ਚੀਜ਼ ਸੀ, ਕਹਿੰਦੇ ਤੁਸੀਂ ਕਿਵੇਂ ਰਿਸਪੌਂਡ ਕਰੋਗੇ, ਭੱਜ ਕੇ ਪੈਰ ਪਰਾਂ ਕਰ ਲਾਂਗੇ, ਕਿਉਂਕਿ ਉਹਨੂੰ ਪਤਾ ਲੱਗੂ ਵੀ ਤਿੱਖੀ ਤੋਂ ਸਾਡੇ ਚੁਭੂਗੇ, ਸਾਨੂੰ ਦੁੱਖ ਲੱਗੂਗਾ, ਸਾਨੂੰ ਦੁੱਖ ਲੱਗੂਗਾ, ਸਾਨੂੰ ਕੀ ਹੋਇਆ, ਮਹਿਸੂਸ ਹੋਈ ਚੀਜ਼, ਦੁੱਖ ਸਾਨੂੰ ਕੀ ਹੋਇਆ, ਮਹਿਸੂਸ ਹੋਇਆ। ਅਸੀਂ ਕੀ ਕੀਤਾ, ਜਿਵੇਂ ਸਾਨੂੰ ਪਤਾ ਲੱਗਿਆ ਵੀ ਜਿਹੜੀ ਚੀਜ਼ ਹੈਗੀ ਉੱਥੇ ਚੇਂਜ ਆ ਗਿਆ, ਮਤਲਬ ਕੀ ਆ ਗਿਆ ਨੀਚੇ, ਕੋਈ ਤਿੱਖੀ ਚੀਜ਼ ਹੈਗੀ, ਅਸੀਂ ਆਪਣੇ ਆਪ ਨੂੰ ਕੀ ਕਰ ਲਾਂਗੇ, ਪਿੱਛੇ ਕਰ ਲਾਂਗੇ ਆਪਣਾ ਪੈਰ। ਹਾਊ ਡੂ ਯੂ ਫੀਲ ਵੈਨ ਯੂ ਸੀ ਔਰ ਥਿੰਕ ਅਬਾਊਟ ਯੂਰ ਫੇਵਰੇਟ ਫੂਡ, ਕਿ ਜੇ ਸਾਨੂੰ ਆਪਣੇ ਘਰ ਦੇ ਵਿੱਚ ਕੋਈ ਵੀ ਫੇਵਰੇਟ ਫੂਡ ਬਣਿਆ ਜਿਹੜਾ ਸਾਨੂੰ ਬਹੁਤ ਪਸੰਦ ਹੈਗਾ, ਸਾਨੂੰ ਕਿੱਦਾਂ ਅਸੀਂ ਮਤਲਬ ਉਹ ਕਰ ਦਿਆਂਗੇ, ਫੀਲ ਕਰਦੇ ਹਾਂ ਵੀ ਸਾਨੂੰ ਛੇਤੀ ਭੁੱਖ ਲੱਗਣ, ਸਾਡੀ ਜਿਹੜੀ ਨੱਕ ਦੇ ਵਿੱਚ ਉਹਦੀ ਖੁਸ਼ਬੂ ਆ ਜਾਂਦੀ ਹੈਗੀ, ਸਾਨੂੰ ਪਤਾ ਲੱਗ ਜਾਂਦਾ ਵੀ ਸਾਡੀ ਕੋਈ ਫੇਵਰੇਟ ਡਿਸ਼ ਪਈ ਹੈਗੀ ਘਰ ਦੇ ਵਿੱਚ। ਜੋ ਸਡਨਲੀ ਮੂਵ ਫਰੋਮ ਅ ਡਾਰਕ ਪਲੇਸ ਇਨਟੂ ਬ੍ਰਾਈਟ ਸਨਲਾਈਟ, ਬਟ ਹੈਪਨਸ, ਕਹਿੰਦੇ ਜਦੋਂ ਮੰਨ ਲਓ ਅਸੀਂ ਡਾਰਕ ਪਲੇਸ ਦੇ ਵਿੱਚ ਬੈਠੇ ਸੀ, ਕਾਫੀ ਹਨੇਰੇ 'ਚ ਬੈਠੇ ਸੀਗੇ, ਇੱਕਦਮ ਅਸੀਂ ਬਾਹਰ ਆ ਗਏ, ਤਾਂ ਕੀ ਹੋਊਗਾ, ਸਾਡੀ ਅੱਖਾਂ ਮੂਹਰੇ ਹਨੇਰਾ ਆ ਜਾਂਦਾ ਇੱਕਦਮ, ਅਤੇ ਸਾਨੂੰ ਕੁਝ ਥੋੜ੍ਹਾ ਟਾਈਮ ਲਈ ਦਿਸਦਾ ਜਾਂ ਨਹੀਂ ਹੈਗਾ, ਕੋਈ ਥੋੜ੍ਹਾ ਜਿਹਾ ਚੇਂਜ ਆ ਜਾਂਦਾ ਹੈਗਾ। Your eyes shut themselves automatically for a moment till they adjust to change bright surrounding. ਹੁਣ ਪਹਿਲਾਂ ਅਸੀਂ ਬਿਲਕੁਲ ਹਨੇਰੇ ਵਿੱਚ ਸੀਗੇ, ਤਾਂ ਸਾਡੀ ਜਿਹੜੀ ਆਈ ਸਾਈਟ ਸੀ ਉਹ ਉਸ ਤਰ੍ਹਾਂ ਦਾ ਕੰਮ ਕਰ ਰਹੀ ਸੀਗੀ, ਪਰ ਜਦੋਂ ਅਸੀਂ ਇੱਕਦਮ ਬਰਾਈਟ ਦੇ ਵਿੱਚ ਆ ਗਏ, ਬਿਲਕੁਲ ਚਾਨਣ ਦੇ ਵਿੱਚ ਆ ਗਏ, ਤਾਂ ਇੱਕਦਮ ਦੇ ਲਈ ਸਾਡੇ ਜਿਹੜੀਆਂ ਅੱਖਾਂ ਨੇਗੀਆਂ ਆਪਣੇ ਆਪ ਕੀ ਹੋ ਜਾਣਗੀਆਂ, ਬੰਦ ਹੋ ਜਾਣਗੀਆਂ ਥੋੜ੍ਹੇ ਜਿਹੇ ਟਾਈਮ ਦੇ ਲਈ, ਤਾਂ ਕਿ ਉਹ ਆਪਣੇ ਆਪ ਨੂੰ ਜਿਹੜਾ ਚੇਂਜ ਹੋਇਆ, ਬਦਲਾਅ ਹੋਇਆ ਬਰਾਈਟ ਦੇ ਵਿੱਚ, ਉਹਦੇ ਅਕੋਰਡਿੰਗ ਆਪਣੇ ਆਪ ਨੂੰ ਢਾਲ ਲੈਣ। Your favorite food, bright light and a thorn. In the above situations are some examples of changes in your surrounding. ਇਹ ਕੀ ਚੇਂਜਸ ਆਈਆਂ ਆਪਣੇ ਆਲੇ ਦੁਆਲੇ ਦੇ ਵਿੱਚ। All of us respond immediately to such changes. ਅਸੀਂ ਜਿਵੇਂ ਸਾਨੂੰ ਪਤਾ ਲੱਗਿਆ ਅਸੀਂ ਆਪਣੇ ਆਪ ਕੀ ਕਰ ਲਿਆ, ਰਿਸਪੌਂਡ ਕਰ ਲਿਆ। ਜਿਸ ਕਈ ਵਾਰ ਜੇ ਕੋਈ ਗਰਮ ਚੀਜ਼ ਹੈ ਅਸੀਂ ਉਹਨੂੰ ਟੱਚ ਕਰ ਦਿਆਂਗੇ, ਟੱਚ ਕੀਤੀ ਸਾਨੂੰ ਪਤਾ ਲੱਗ ਵਿੱਚ ਗਰਮ, ਅਸੀਂ ਆਪਣੇ ਹੱਥ ਪਿੱਛੇ ਕਰ ਲਾਂਗੇ, ਕਿਉਂਕਿ ਸਾਨੂੰ ਆਪਣੇ 'ਚ ਕੀ ਹੈ ਕਿ ਸਟੀਮੂਲਾਈ ਦੀ ਕੀ ਹੈ ਕਿ ਅਸੀਂ ਸਟੀਮੂਲਾਈ ਕਰਦੇ ਅਸੀਂ ਰਿਸਪੌਂਸ ਕਰ ਦਿਆਂਗੇ, ਸਾਨੂੰ ਪਤਾ ਲੱਗਦਾ ਵੀ ਕਿਵੇਂ ਕੋਈ ਚੇਂਜ ਕੀ ਆ ਗਿਆ, ਆਪਣੇ ਆਲੇ 'ਚ ਕੋਈ ਚੇਂਜ ਆ ਗਿਆ। ਚੇਂਜਸ ਇਨ ਆਵਰ ਸਰਾਊਂਡਿੰਗ ਦੈਟ ਮੇਕਸ ਅਸ ਰਿਸਪੌਂਡ ਟੂ ਦੈਮ ਆਰ ਕਾਲਡ ਸਟੀਮੂਲਾਈ। ਜਿਹੜੇ ਵੀ ਸਾਡੇ ਆਲੇ ਦੁਆਲੇ 'ਚ ਚੇਂਜ ਹੁੰਦੇ ਨੇ, ਬਦਲਾਵ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਰਿਸਪੌਂਡ ਕਰਦੇ ਆਂਗੇ, ਅਤੇ ਜਿਨ੍ਹਾਂ ਕਰਕੇ ਅਸੀਂ ਆਪਣੇ ਆਪ 'ਚ ਬਦਲਾਵ ਕਰ ਦਿਆਂਗੇ, ਉਹਨੂੰ ਆਪਾਂ ਕੀ ਕਹਿੰਦੇ, ਸਟੀਮੂਲਾਈ। ਡੂ ਅਦਰ ਐਨੀਮਲਸ ਆਲਸੋ ਰਿਸਪੌਂਡ ਟੂ ਸਟੀਮੂਲਾਈ, ਕਹਿੰਦੇ ਹੋਰ ਵੀ ਕਈ ਆਪਣੇ ਤੋਂ ਹਿਊਮਨਸ ਤੋਂ ਬਿਨਾਂ ਵੀ ਹੋਰ ਐਨੀਮਲਸ ਹੈਗੇ ਨੇਗੇ ਜਿਹੜੇ ਸਟੀਮੂਲਾਈ ਕਰਦੇ ਨੇਗੇ, ਰਿਸਪੌਂਸ ਕਰਦੇ ਨੇ ਚੇਂਜਸ ਦਾ।
ਓਬਜ਼ਰਵ ਦ ਬਿਹੇਵੀਅਰ ਆਫ ਐਨੀਮਲਸ ਵੈਨ ਦ ਫੂਡ ਇਜ਼ ਸਰਵ ਟੂ ਦੈਮ। ਜਦੋਂ ਅਸੀਂ ਕਿਸੇ ਐਨੀਮਲ ਨੂੰ ਫੂਡ ਪਾਉਂਦੇ ਹੈਗੇ ਉਹਦਾ, ਤਾਂ ਉਹ ਕੀ ਕਰਦਾ, ਕਿਵੇਂ ਰਿਸਪੌਂਸ ਕਰਦਾ। ਕਿਉਂਕਿ ਜੇ ਮੰਨ ਲਓ ਅਸੀਂ ਕਿਸੇ ਵੀ ਕੁੱਤੇ ਨੂੰ ਜੇ ਰੋਟੀ ਪਾ ਰਹੇ ਜਾਂ ਕਿਸੇ ਹੋਰ ਕੈਟ ਨੂੰ, ਤਾਂ ਉਹ ਕੀ ਆ, ਉਹਨੂੰ ਪਤਾ ਲੱਗ ਜਾਂਦਾ ਵੀ ਹੁਣ ਮੈਨੂੰ ਖਾਣਾ ਦੇਣਗੇ। ਉਸ ਟਾਈਮ ਤੋਂ ਆਪਣੇ ਆਪ ਨੂੰ ਰਿਸਪੌਂਸ ਕਰਨ ਲੱਗ ਜਾਂਦਾ ਕਿ ਵੀ ਹਾਂ ਮੈਨੂੰ ਖਾਣਾ ਦੇਣੀ। ਜੋ ਖੜਾ ਹੋ ਜਾਂਦਾ ਇੱਕਦਮ ਵੀ ਹਾਂ ਮੈਨੂੰ ਹੀ ਪਾਉਣਾ ਇਹਨਾਂ ਨੇ, ਕਿ ਉਹਨੂੰ ਪਤਾ ਲੱਗ ਜਾਂਦਾ ਵੀ ਕੀ ਹੋਣਾ ਇਸ ਟਾਈਮ 'ਤੇ, ਕੀ ਚੇਂਜ ਦੇ ਅਕੋਰਡਿੰਗ ਆਪਣੇ ਆਪ ਨੂੰ ਚੇਂਜ ਕਰ ਲੈਂਦਾ ਗਾ। ਡੂਜ਼ ਯੂ ਫਾਈਂਡ ਦੈਮ ਸਡਨਲੀ ਬਿਕਮ ਐਕਟਿਵ ਔਨ ਸੀਇੰਗ ਦ ਫੂਡ। ਕਿ ਤੁਸੀਂ ਕੀ ਦੇਖਾਂਗੇ ਵੀ ਉਹ ਇੱਕਦਮ ਉੱਠ ਕੇ ਕੀ ਕਰਨਗੇ, ਫੂਡ ਵੱਲ ਦੇਖਣ ਲੱਗ ਗਏ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਫੂਡ ਕੀ ਹੈ, ਸਾਨੂੰ ਪਾਉਣਾ। ਵੈਨ ਯੂ ਮੂਵ ਟੁਵਾਰਡਸ ਅ ਬਰਡ ਬਟ ਡਜ਼ ਇਟ ਟੂ। ਕਹਿੰਦੇ ਜੇ ਅਸੀਂ ਮਤਲਬ ਬਹੁਤ ਸਾਰੇ ਪੰਛੀ ਬੈਠੇ ਸੀ, ਅਸੀਂ ਉੱਧਰ ਨੂੰ ਚੱਲ ਗਏ, ਤਾਂ ਉਹਨਾਂ ਨੂੰ ਪਤਾ ਲੱਗ ਗਿਆ, ਉਹ ਪੈਰਾਂ ਦੀ ਆਵਾਜ਼ ਸੁਣ ਕੇ ਕੀ ਹੋ ਜਾਣਗੇ, ਉੱਡ ਜਾਣਗੇ। ਉਹਨਾਂ ਨੂੰ ਪਤਾ ਲੱਗ ਰਿਹਾ ਵੀ ਕੋਈ ਚੇਂਜ ਹੋ ਗਿਆ। ਵਾਈਲਡ ਐਨੀਮਲਸ ਰਨ ਅਵੇ ਵੈਨ ਬ੍ਰਾਈਟ ਲਾਈਟ ਇਜ਼ ਫਲੈਸ਼ ਟੁਵਾਰਡਸ ਦੈਮ। ਹੁਣ ਜੇ ਕਹਿੰਦੇ ਅਸੀਂ ਬ੍ਰਾਈਟ ਲਾਈਟ ਬੁਲਾਵਾਂਗੇ ਐਨੀਮਲਸ ਦੇ ਉੱਤੇ, ਤਾਂ ਉਹ ਕੀ ਜਿਹੜੇ ਆਪਣੇ ਹੁੰਦੇ ਨੇਗੇ ਵਾਈਲਡ ਐਨੀਮਲ, ਜੰਗਲੀ ਐਨੀਮਲਸ ਹੁੰਦੇ ਨੇ, ਜੇ ਉਹਨਾਂ ਕਨੀ ਲਾਈਟ ਕਰਦੇ ਨੇ ਉਹ ਭੱਜ ਜਾਂਦੇ ਆ, ਲਾਈਟ ਤੋਂ ਡਰ ਜਾਂਦੇ ਆ। ਉਹਨਾਂ ਨੂੰ ਉਹ ਵੀ ਕੀ ਹੋ ਗਿਆ, ਰਿਸਪੌਂਡ ਕਰਦੇ ਨੇ। ਆਪਾਂ ਚੇਂਜ ਕਰਤਾ ਅਤੇ ਉਹਨਾਂ ਨੇ ਕੀ ਕਰਤਾ, ਰਿਸਪੌਂਡ ਕਰਤਾ ਅੱਗੋਂ। Similarly, cockroaches begin to move to their hiding places if the light in the kitchen is switched on at night. ਜੇ ਰਾਤ ਨੂੰ ਕੀ ਹੁੰਦਾ, ਜਦੋਂ ਹਨੇਰਾ ਹੁੰਦਾ, ਸਾਰੇ ਜਿਹੜੇ ਕਾਕਰੋਚ ਵਗੈਰਾ ਹੁੰਦੇ ਨੇ ਬਾਹਰ ਆ ਜਾਂਦੇ ਨੇ। ਪਰ ਜੇ ਅਸੀਂ ਲਾਈਟ ਆਨ ਕਰ, ਜਿਵੇਂ ਚਾਨਣ ਹੋਊਗਾ, ਉਹ ਆਪਣੇ ਕੀ ਹੋਣਾ, ਛੁਪਣਾ ਸ਼ੁਰੂ ਕਰ ਦੇਣਗੇ। ਉਹਨਾਂ ਨੂੰ ਪਤਾ ਲੱਗ ਜੂ ਕੀ ਹੋ ਗਿਆ, ਹੁਣ ਲਾਈਟ ਚੱਲ ਪਈ। ਕੈਨ ਯੂ ਗਿਵ ਸਮ ਮੋਰ ਐਗਜ਼ਾਮਪਲਸ ਆਫ ਰਿਸਪੌਂਸਿਸ ਆਫ ਐਨੀਮਲਸ ਟੂ ਸਟਿਮੂਲਾਈ। ਤੁਸੀਂ ਹੋਰ ਐਗਜ਼ਾਮਪਲਸ ਦੇ ਸਕਦੇ ਹੋ ਜਿਹਦੇ ਵਿੱਚ ਕੀ ਆ, ਐਨੀਮਲਸ ਸਟਿਮੂਲਾਈ ਕਰਦੇ ਨੇਗੇ। ਡੂ ਪਲਾਂਟਸ ਆਲਸੋ ਰਿਸਪੌਂਡ ਟੂ ਸਟਿਮੂਲਾਈ। ਕਹਿੰਦੇ ਤੁਸੀਂ ਕੀ ਸੋ, ਜਿਹੜੇ ਪਲਾਂਟਸ ਹੁੰਦੇ ਨੇਗੇ ਵੀ ਉਹ ਵੀ ਸਟਿਮੂਲਾਈ ਕਰਦੇ ਨੇਗੇ, ਉਹ ਵੀ ਰਿਸਪੌਂਸ ਕਰਦੇ ਨੇਗੇ। ਫਲਾਵਰਸ ਆਫ ਸਮ ਪਲਾਂਟ ਬਲੂਮ ਓਨਲੀ ਐਟ ਨਾਈਟ। ਕਹਿੰਦੇ ਕਈ ਵਾਰ ਫਲਾਵਰਸ ਹੁੰਦੇ ਨੇ ਕਈ ਪਲਾਂਟਸ ਦੇ, ਉਹ ਸਿਰਫ ਰਾਤ ਨੂੰ ਕੀ ਕਰਦੇ ਨੇਗੇ, ਖਿੜਦੇ ਨੇਗੇ। ਇਨ ਸਮ ਪਲਾਂਟਸ ਫਲਾਵਰਸ ਕਲੋਜ਼ ਆਫਟਰ ਸਨਸੈਟ। ਕਈ ਫਲਾਵਰਸ ਇੱਦਾਂ ਦੇ ਹੁੰਦੇ ਨੇ ਜਿਹਨੂੰ ਸੂਰਜ ਛਿਪਣ ਤੋਂ ਬਾਅਦ ਜਿਹੜੇ ਫਲਾਵਰਸ ਹੁੰਦੇ ਨੇਗੇ ਉਹ ਮਤਲਬ ਮੁਰਝਾ ਜਾਂਦੇ ਨੇਗੇ। ਇਨ ਸਮ ਪਲਾਂਟਸ ਲਾਈਕ ਮਿਮੋਸ਼ਾ ਕਾਮਨਲੀ ਨੋਨ ਐਜ਼ ਟੱਚ ਮੀ ਨੋਟ ਲੀਵਸ ਕਲੋਜ਼ ਔਰ ਫੋਲਡ ਵੈਨ ਸਮਵਨ ਟੱਚਸ ਦੈਮ। ਕੀ ਹੁੰਦਾ ਗਾ, ਛੂਈ ਮੂਈ ਦਾ ਪੌਦਾ ਹੁੰਦਾ, ਜੇ ਆਪਾਂ ਉਹਨੂੰ ਟੱਚ ਕਰ ਦਿੰਦੇ ਹੈਗੇ ਤਾਂ ਉਹ ਕੀ ਹੁੰਦਾ, ਆਪਣੇ ਪੱਤੇ ਕਲੋਜ਼ ਕਰ ਲੈਂਦਾ ਗਾ। ਉਹਨੇ ਕੀ, ਜਿਵੇਂ ਆਪਾਂ ਟੱਚ ਕੀਤਾ, ਆਪਾਂ ਕੀ ਕੀਤੀ, ਚੇਂਜ ਕੀਤੀ। ਉਹਨੇ ਕੀ ਕਰਨਾ, ਆਪਣੇ ਚੇਂਜ ਨੂੰ ਰਿਸਪੌਂਸ ਕੀਤਾ ਅੱਗੋਂ, ਅਤੇ ਕੀ ਕਰ ਲਿਆ, ਆਪਣੇ ਜਿਹੜੇ ਉਹ ਕਰਤਾ ਵੀ ਕਲੋਜ਼ ਕਰ ਲਏ ਪੱਤੇ। these are some examples of responses of plants towards changes in their surrounding। ਕਹਿੰਦੇ ਆਪਣੇ ਆਲੇ, ਇਹ ਕਾਹਦੇ ਉਦਾਹਰਨ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਹੋਈ, ਜੇ ਤੁਸੀਂ ਉਹਦੇ ਅਕੋਰਡਿੰਗ ਰਿਸਪੌਂਡ ਕਰ ਦੇਂਗੇ, ਉਹ ਕੀ ਹੁੰਦਾ ਗਾ, ਲਿਵਿੰਗ ਔਰਗੈਨਿਜ਼ਮਸ ਦਾ ਇੱਕ ਕਰੈਕਟਰ ਹੁੰਦਾ ਗਾ। ਅਸੀਂ ਕਿਹੜੇ ਕਿਹੜੇ ਕਰੈਕਟਰ ਪੜ੍ਹੇ ਲਿਵਿੰਗ ਔਰਗੈਨਿਜ਼ਮਸ ਦੇ? ਇੱਕ ਤਾਂ ਵੀ ਉਹਨਾਂ ਨੂੰ ਫੂਡ ਦੀ ਜ਼ਰੂਰਤ ਹੁੰਦੀ ਆ, ਉਹ ਗਰੋ ਕਰਦੇ ਨੇ, ਉਹ ਰਿਸਪਾਇਰ ਕਰਦੇ ਨੇ, ਉਹ ਸਟਿਮੂਲਾਈ ਦੇ ਕੀ ਕਰਦੇ ਨੇ, ਰਿਸਪੌਂਸ ਕਰਦੇ ਨੇ। ਕੋਈ ਵੀ ਆਪਣੇ ਆਲੇ ਦੁਆਲੇ ਚੇਂਜ ਹੋਏ ਉਹਨੂੰ ਰਿਸਪੌਂਸ ਕਰਦੇ ਨੇ। ਮੰਨ ਲਓ ਜੇ ਆਪਾਂ ਨੂੰ ਕੋਈ ਵੀ ਆਵਾਜ਼ ਲਗਾਉਂਦਾ, ਆਪਾਂ ਨੂੰ ਸੁਣਦੀ ਆ, ਉਹਦਾ ਜਵਾਬ ਦਿੰਦੇ ਹੈਗੇ, ਇਹ ਵੀ ਕੀ ਹੋ ਗਿਆ, ਇੱਕ ਸਟਿਮੂਲਾਈ ਚੇਂਜ ਹੋ ਗਿਆ ਵੀ ਸਾਨੂੰ ਕੀ ਹੈ ਕਿ ਅਸੀਂ ਚੇਂਜ ਦੇ ਅਕੋਰਡਿੰਗ ਉਹਦੀ ਚੀਜ਼ ਦਾ ਜਵਾਬ ਦਿੰਦੇ ਹੈਗੇ। ਉਹਦੇ ਲਈ ਇੱਕ ਉਹਨਾਂ ਨੇ ਐਕਟੀਵਿਟੀ ਕੀਤੀ ਹੈਗੀ, ਪਲੇਸ ਆ ਪੋਟਡ ਪਲਾਂਟ ਇਨ ਅ ਰੂਮ ਅ ਲਿਟਲ ਅਵੇ ਫਰੋਮ ਅ ਵਿੰਡੋ ਥਰੂ ਵਿਚ ਸਨਲਾਈਟ ਐਂਟਰਸ ਸਮ ਟਾਈਮ ਡਿਊਰਿੰਗ ਦ ਡੇ। ਕਹਿੰਦੇ ਇੱਕ ਗਮਲਾ ਲਓ ਜਿਹਦੇ ਵਿੱਚ ਪਲਾਂਟ ਲੱਗਿਆ ਹੋਇਆ ਹੈਗਾ, ਇੱਕ ਰੂਮ 'ਚ ਰੱਖੋ, ਥੋੜ੍ਹੇ ਵਿੰਡੋ ਥੋੜ੍ਹਾ ਦੂਰ ਰੱਖੋ, ਜਿੱਥੇ ਕੀ ਹੈ ਸਨਲਾਈਟ ਜਿਹੜੀ ਐਂਟਰ ਕਰ ਰਹੀ ਹੋਵੇ ਦਿਨ ਦੇ ਸਮੇਂ। ਕੰਟੀਨਿਊ ਬਟਰਿੰਗ ਦ ਪਲਾਂਟ ਫਾਰ ਅ ਫਿਊ ਡੇਜ਼। ਕਈ ਦਿਨ ਉਹਦੇ 'ਚ ਪਾਣੀ ਪਾਉਂਦੇ ਰਹੋ। ਡਜ਼ ਦ ਪਲਾਂਟ ਗਰੋ ਅਪਰਾਈਟ। ਕਹਿੰਦੇ ਕੀ ਪਲਾਂਟ ਵੱਧ ਰਿਹਾ ਹੈਗਾ, ਲਾਈਕ ਪਲਾਂਟਸ ਆਊਟ ਇਨ ਦ ਓਪਨ। ਕਹਿੰਦੇ ਜਿਵੇਂ ਉਹਨੂੰ ਕੀ ਕਰੋ, ਜਿਹੜਾ ਹੁਣ ਪਲਾਂਟ ਸੀਗਾ ਇੱਕ, ਉਹਨੂੰ ਮਤਲਬ ਉੱਥੇ ਰੱਖਣਾ ਗਾ ਜਿੱਥੇ ਕੀ ਹੈ ਕਿ ਜਿਹੜੀ ਸਨਲਾਈਟ ਹੈਗੀ ਉਹ ਥੋੜ੍ਹੇ ਟਾਈਮ ਲਈ ਸਨਲਾਈਟ ਆਉਂਦੀ ਹੈਗੀ। ਅਤੇ ਹੁਣ ਕਹਿੰਦੇ ਤੁਸੀਂ ਇਹ ਦੇਖੋ ਵੀ ਹੁਣ ਉਹ ਦੂਸਰੇ ਪਲਾਂਟਸ ਦੀ ਤਰ੍ਹਾਂ ਗਰੋ ਕਰ ਰਿਹਾ ਹੈਗਾ ਵੀ ਜਿੱਥੇ ਵੀ ਕਿਤੇ ਸਾਰਾ ਟਾਈਮ ਹੀ ਸਨਲਾਈਟ ਰਹਿੰਦੀ ਹੈਗੀ। ਨੋਟ ਦ ਡਾਇਰੈਕਸ਼ਨ ਇਨ ਵਿਚ ਇਟ ਬੈਂਡ। ਹੁਣ ਇਹ ਵੀ ਦੇਖੋ ਵੀ ਉਹ ਕਿਹੜੀ ਡਾਇਰੈਕਸ਼ਨ 'ਚ ਬੈਂਡ ਕਰ ਰਿਹਾ ਹੈਗਾ। ਇਫ ਇਟ ਇਜ਼ ਨਾਟ ਗਰੋਇੰਗ ਅਪਰਾਈਟ ਡੂ ਯੂ ਥਿੰਕ ਦਿਸ ਮੇ ਬੀ ਰਿਸਪੌਂਸ ਟੂ ਸਮ ਸਟਿਮੂਲਸ। ਕਹਿੰਦੇ ਜੇ ਮੰਨ ਲਓ ਗਰੋ ਨਹੀਂ ਕਰ ਰਿਹਾ ਹੈਗਾ, ਇਹਦਾ ਮਤਲਬ ਕਿ ਉਹ ਕਿਸ ਚੀਜ਼ ਨੂੰ ਰਿਸਪੌਂਸ ਕਰ ਰਿਹਾ ਹੈਗਾ। ਹਾਂ, ਕਿਉਂਕਿ ਅਸੀਂ ਕੀ ਚੇਂਜ ਕੀਤਾ, ਅਸੀਂ ਸਨਲਾਈਟ ਉਹਦੇ 'ਚੋਂ ਘਟਾਤੀ, ਉਹਦਾ ਜਿਹੜਾ ਉਹਨੂੰ ਸਨਲਾਈਟ ਰੱਖਣ ਦੀ ਜਗ੍ਹਾ 'ਤੇ ਉਸੇ ਅੰਦਰ ਲਿਆ ਜਾਂਦਾ, ਉਹਨੂੰ ਕਿਸੇ ਰੂਮ 'ਚ ਲਿਆਈ, ਇਹਦਾ ਮਤਲਬ ਕਿ ਉਹ ਰਿਸਪੌਂਸ ਕਰ ਰਿਹਾ, ਉਹਨੇ ਗਰੋ ਕਰਨਾ ਬੰਦ ਕਰਤਾ। ਆਲ ਲਿਵਿੰਗ ਥਿੰਗਸ ਰਿਸਪੌਂਡ ਟੂ ਚੇਂਜਸ ਅਰਾਊਂਡ ਦੈਮ। ਜਿੰਨੀਆਂ ਵੀ ਕਹਿੰਦੇ ਲਿਵਿੰਗ ਥਿੰਗਸ ਹੁੰਦੀਆਂ ਨੇ ਸਾਰੀਆਂ ਕੀ ਕਰਦੀਆਂ ਨੇਗੀਆਂ, ਰਿਸਪੌਂਡ ਕਰਦੀਆਂ ਨੇਗੀਆਂ ਜਿਹੜੀਆਂ ਵੀ ਉਹਦੇ ਆਲੇ ਦੁਆਲੇ ਚੇਂਜਸ ਹੁੰਦੀਆਂ ਨੇ ਉਹਨਾਂ ਦੇ ਅਕੋਰਡਿੰਗ। ਚਲੋ ਜੀ, ਨੈਕਸਟ ਅਸੀਂ ਅਗਲੀ ਵੀਡੀਓ 'ਚ ਕੰਟੀਨਿਊ ਕਰ ਦਾਂਗੇ। ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ।